ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਲਾਸਟ ਚੈਪਟਰ ਸਟਾਰਟ ਕਰਦੇ ਹਾਂ, ਸੈਂਟਰ ਆਫ ਗ੍ਰੈਵਿਟੀ ਅਤੇ ਸੈਂਟਰ ਆਫ ਮਾਸ। ਤੁਸੀਂ ਇਸ ਦੇ ਬਾਰੇ +1 ਜਾਂ +2 ਦੇ ਵਿੱਚ ਪੜ੍ਹਿਆ ਹੋਏਗਾ, ਸੈਂਟਰ ਆਫ ਗ੍ਰੈਵਿਟੀ ਐਜ਼ ਵੈਲ ਐਜ਼ ਸੈਂਟਰ ਆਫ ਮਾਸ, ਫਿਜ਼ਿਕਸ ਦੇ ਵਿੱਚ ਪੜ੍ਹਿਆ ਹੋਏਗਾ। ਇਨ ਜਨਰਲ ਵੀ ਆਪਾਂ ਇਸ ਨੂੰ ਸੁਣਦੇ ਹੈਗੇ ਹਾਂ, ਸੈਂਟਰ ਆਫ ਗ੍ਰੈਵਿਟੀ ਅਤੇ ਸੈਂਟਰ ਆਫ ਮਾਸ ਨੂੰ। ਤਾਂ ਬੇਸਿਕਲੀ ਹਰ ਇੱਕ ਬੋਡੀ ਕਿਸੇ ਵੀ ਤਰ੍ਹਾਂ ਦੀ ਹੋਵੇ, ਕਿਸੇ ਵੀ ਸ਼ੇਪ ਦੀ ਬੋਡੀ ਹੋਵੇ, ਉਹਦਾ ਇੱਕ ਆਪਣਾ ਅੰਦਰ ਉਹਦੇ ਸੈਂਟਰ ਪੁਆਇੰਟ ਹੁੰਦਾ ਹੈ। ਤੁਸੀਂ ਇੱਕ ਇਮੈਜਨਰੀ ਸੈਂਟਰ ਪੁਆਇੰਟ ਕਹਿ ਸਕਦੇ ਹੋ ਉਸ ਬੋਡੀ ਦਾ, ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਉਸ ਬੋਡੀ ਦਾ ਸਾਰਾ ਮਾਸ ਜਿਹੜਾ ਹੈਗਾ ਉਹ ਕੰਸਨਟ੍ਰੇਟਡ ਮੰਨਿਆ ਜਾ ਸਕਦਾ ਕਿ ਇੱਥੇ ਜਿਹੜਾ ਸਾਰੇ ਦਾ ਸਾਰਾ ਮਾਸ ਕੰਸਨਟ੍ਰੇਟਡ ਹੈਗਾ। ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜੇ ਕਿਸੇ ਸਿਸਟਮ ਦੇ ਵਿੱਚ ਮਲਟੀਪਲ ਵੇਟਸ ਪਏ ਨੇ, ਕਿਤੇ 10 ਕਿਲੋਗ੍ਰਾਮ ਦਾ ਪਿਆ, ਕਿਤੇ 5 ਕਿਲੋਗ੍ਰਾਮ ਦਾ ਪਿਆ, ਕਿਤੇ 10 ਕਿਲੋਗ੍ਰਾਮ ਦਾ ਵੇਟ ਪਿਆ, ਤਾਂ ਉਹਨਾਂ ਦਾ ਜਿਹੜਾ ਇੱਕ ਸੈਂਟਰ ਪੁਆਇੰਟ ਕਿਹੜਾ ਹੋਊਗਾ ਸਾਰੇ ਵੇਟਸ ਦਾ, ਉਹ ਆਪਣਾ ਸੈਂਟਰ ਆਫ ਗ੍ਰੈਵਿਟੀ ਹੋ ਜਾਂਦਾ ਹੈਗਾ। ਅਤੇ ਜੇ ਆਪਾਂ ਇਸ ਨੂੰ ਪ੍ਰੈਕਟੀਕਲੀ ਕਰਕੇ ਦੇਖਣਾ ਹੋਵੇ ਤਾਂ ਮਤਲਬ ਮੈਂ ਹਮੇਸ਼ਾ ਉਦਾਹਰਨ ਦਿੰਦਾ ਹੁੰਦਾ ਕਿ ਆਪਾਂ ਬੱਚੇ ਦੇਖਦੇ ਹੁੰਦੇ ਹਾਂ, ਆਪਣੀ ਉਂਗਲ ਦੇ ਉੱਪਰ ਕਾਪੀ ਨੂੰ ਘੁਮਾ ਲੈਂਦੇ ਆ ਨਾ, ਕਾਪੀ ਹੋਈ ਜਾਂ ਕੋਈ ਨੋਟਬੁੱਕ ਕੋਈ ਵੀ ਹੋਈ, ਤਾਂ ਬੱਚੇ ਇੱਕ ਜਗ੍ਹਾ 'ਤੇ ਉਂਗਲ ਰੱਖ ਕੇ ਅਤੇ ਕਾਪੀ ਨੂੰ ਘੁਮਾ ਦਿੰਦੇ। ਹੁਣ ਕਿਵੇਂ ਪੋਸੀਬਲ ਹੈ ਕਿ ਉਹ ਕਾਪੀ ਜਿਹੜੀ ਹੈਗੀ ਹੈ ਉਹ ਘੁੰਮ ਰਹੀ ਹੈਗੀ ਹੈ ਉਂਗਲ ਦੇ ਉੱਪਰ? ਈਵਨ ਤੁਸੀਂ ਉਂਗਲ ਦੇ ਉੱਪਰ ਕਾਪੀ ਨੂੰ ਟਿਕਾ ਵੀ ਸਕਦੇ ਹੋ, ਘੁਮਾਏ ਬਿਨਾਂ ਵੀ ਤੁਸੀਂ ਉਂਗਲ 'ਤੇ ਟਿਕਾ ਸਕਦੇ ਹੋ ਉਹਨੂੰ ਬਿਨਾਂ ਡਿੱਗੇ, ਹੈ ਨਾ। ਇਸ ਤਰ੍ਹਾਂ ਕਿਵੇਂ ਪੋਸੀਬਲ ਹੈ ਕਿ ਉਹ ਡਿੱਗਦੀ ਨਹੀਂ ਹੈਗੀ? ਤਾਂ ਆਪਾਂ ਨੂੰ ਪਹਿਲਾਂ ਪੁਆਇੰਟ ਲੱਭਣਾ ਪਊਗਾ, ਆਪਾਂ ਨੂੰ ਉਂਗਲ ਜਿਹੜੀ ਹੈ ਕਿੱਥੇ ਰੱਖਣੀ ਪਏਗੀ, ਹੈ ਨਾ। ਅਤੇ ਉਹ ਅੰਦਾਜ਼ਨ ਜੇ ਸਪੋਜ਼ ਕਰ ਲਓ ਕਾਪੀ ਆਪਣੀ ਨੋਰਮਲੀ ਰੈਕਟੈਂਗੂਲਰ ਹੁੰਦੀ ਹੈ, ਨੋਟਬੁੱਕ ਜਾਂ ਕਾਪੀ ਰੈਕਟੈਂਗੂਲਰ ਹੁੰਦੀ ਹੈ, ਤਾਂ ਉਹਦੇ ਡਾਇਗਨਲ ਜਿਹੜੇ ਹੁੰਦੇ ਨੇ ਡਰਾਅ ਕਰ ਲਓ, ਹੈ ਨਾ। ਜਿੱਥੇ ਡਾਇਗਨਲ ਇੰਟਰਸੈਕਟ ਕਰਦੇ ਹੋਣਗੇ ਉਹੀ ਜਿਹੜਾ ਕਾਪੀ ਦਾ ਜਿਹੜਾ ਹੈਗਾ ਸੈਂਟਰ ਆਫ ਮਾਸ ਹੋਏਗਾ ਜਾਂ ਸੈਂਟਰ ਆਫ ਗ੍ਰੈਵਿਟੀ ਹੋਊਗਾ। ਜੇ ਤੁਸੀਂ ਉੱਥੇ ਉਂਗਲ ਰੱਖ ਕੇ ਕਾਪੀ ਨੂੰ ਖੜੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕਾਪੀ ਜਿਹੜੀ ਹੈਗੀ ਥੋੜ੍ਹਾ ਬਹੁਤ ਪ੍ਰੈਕਟਿਸ ਕਰਨ ਤੋਂ ਬਾਅਦ ਜਿਹੜੀ ਕਾਪੀ ਹੈ ਤੁਸੀਂ ਆਪਣੀ ਉਂਗਲ ਦੇ ਉੱਪਰ ਟਿਕਾ ਸਕਦੇ ਹੋ। ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਵੇਟ ਹੁੰਦਾ ਹੈਗਾ, ਵੇਟ ਮੂਵਮੈਂਟ ਨਹੀਂ ਕ੍ਰੀਏਟ ਕਰ ਪਾਉਂਦਾ ਹੈਗਾ, ਠੀਕ ਹੈ। ਹੁਣ ਜੇ ਸਪੋਜ਼ ਕਰ ਲਓ ਉਸ ਪੁਆਇੰਟ ਤੋਂ ਬਜਾਏ ਕਿਸੇ ਹੋਰ ਪੁਆਇੰਟ ਤੁਸੀਂ ਉਂਗਲ ਰੱਖ ਕੇ ਕਾਪੀ ਨੂੰ ਟਿਕਾਉਣ ਦੀ ਕੋਸ਼ਿਸ਼ ਕਰੋ ਤਾਂ ਕਾਪੀ ਡਿੱਗ ਪੈਂਦੀ। ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਸੈਂਟਰ ਆਫ ਵੇਟ ਜਿਹੜਾ ਹੁੰਦਾ ਹੈਗਾ ਉਹ ਮੂਵਮੈਂਟ ਕ੍ਰੀਏਟ ਕਰ ਦਿੰਦਾ ਹੈਗਾ ਉਂਗਲ ਦੇ ਅਬਾਊਟ, ਠੀਕ ਹੈ। ਉਂਗਲ ਦੀ ਜਿਹੜੀ ਟਿਪ ਹੁੰਦੀ ਹੈ ਜਿਹਦੇ ਨਾਲ ਜਿਹੜੀ ਹੈ ਕਾਪੀ ਉਲਟ ਜਾਂਦੀ ਹੈਗੀ ਹੈ। ਪਰ ਜੇ ਤੁਸੀਂ ਬਿਲਕੁਲ ਉਸ ਪੁਆਇੰਟ 'ਤੇ ਉਂਗਲ ਰੱਖ ਲਓ ਜਿੱਥੇ ਉਹਦਾ ਸੈਂਟਰ ਆਫ ਮਾਸ ਹੈ ਜਾਂ ਸੈਂਟਰ ਆਫ ਗ੍ਰੈਵਿਟੀ ਹੈ, ਤਾਂ ਉਹ ਕਾਪੀ ਨਹੀਂ ਡਿੱਗੂਗੀ, ਕਿਉਂਕਿ ਉਹਦੇ ਨਾਲ ਕੀ ਹੋਊਗਾ, ਜਿਹੜਾ ਉਹਦਾ ਮੂਵਮੈਂਟ ਹੋਊਗਾ ਉਹ 0 ਬਣ ਜਾਊਗਾ। ਤਾਂ ਇਹ ਇੱਕ ਮਤਲਬ ਪ੍ਰੈਕਟੀਕਲ ਐਪਲੀਕੇਸ਼ਨ ਹੈਗੀ ਹੈ ਨਾ। ਇਸੇ ਤਰ੍ਹਾਂ ਤੁਸੀਂ ਇੱਕ ਸਫੀਅਰ ਲੈ ਲਓ, ਸਫੀਅਰ ਦਾ ਸੈਂਟਰ ਹੁੰਦਾ, ਜੇ ਕੋਈ ਡਿਸਕ ਹੈਗੀ ਹੈ, ਡਿਸਕ ਦਾ ਸੈਂਟਰ ਆਫ ਮਾਸ ਹੋਏਗਾ, ਹੈ ਨਾ। ਤਾਂ ਜੇ ਤੁਸੀਂ ਸੈਂਟਰ ਆਫ ਮਾਸ ਨੂੰ ਲੱਭ ਲਿਆ ਅਤੇ ਉਸਨੂੰ ਕੰਟਰੋਲ ਕਰਨਾ ਸਿੱਖ ਲਿਆ, ਤੁਸੀਂ ਬੋਡੀ ਨੂੰ ਜਿਹੜਾ ਹੈਗਾ ਸਟੈਬਲਾਈਜ਼ ਕਰ ਸਕਦੇ ਹੋ ਪ੍ਰੈਕਟੀਕਲੀ। ਤਾਂ ਮੈਥੇਮੈਟੀਕਲੀ ਆਪਾਂ ਸੈਂਟਰ ਆਫ ਗ੍ਰੈਵਿਟੀ ਅਤੇ ਸੈਂਟਰ ਆਫ ਮਾਸ ਜਿਹੜੇ ਦੋਨਾਂ ਨੂੰ ਆਪਾਂ ਜਿਹੜਾ ਹੈਗਾ ਲੱਭ ਸਕਦੇ ਹੈਗੇ। ਵੈਸੇ ਤਾਂ ਬੇਸਿਕਲੀ ਇੱਕੋ ਹੀ ਚੀਜ਼ ਹੈ ਸੈਂਟਰ ਆਫ ਮਾਸ ਅਤੇ ਸੈਂਟਰ ਆਫ ਗ੍ਰੈਵਿਟੀ। ਸੈਂਟਰ ਆਫ ਮਾਸ ਅਤੇ ਸੈਂਟਰ ਆਫ ਗ੍ਰੈਵਿਟੀ ਕੋਇਨਸਾਈਡ ਹੀ ਕਰਦੇ ਹੁੰਦੇ। ਜਦੋਂ ਆਪਾਂ ਗ੍ਰੈਵਿਟੀ ਦੀ ਗੱਲ ਕਰਨ ਲੱਗ ਪੈਂਦੇ ਹੈਗੇ ਤਾਂ ਸੈਂਟਰ ਆਫ ਮਾਸ ਸੈਂਟਰ ਆਫ ਗ੍ਰੈਵਿਟੀ ਹੀ ਬਣ ਜਾਂਦਾ ਹੈਗਾ, ਹੈ ਨਾ। ਕਿਉਂਕਿ ਆਫਟਰ ਆਲ ਜੇ ਮਾਸ ਹੋਏਗਾ ਤਾਂ ਜਦੋਂ ਗ੍ਰੈਵਿਟੀ ਐਕਟ ਕਰੂਗੀ ਤਾਂ ਵੇਟ ਬਣ ਜਾਂਦਾ ਹੈਗਾ। ਤਾਂ ਇੱਕ ਤਰੀਕਾ ਹੈਗਾ ਸੈਂਟਰ ਆਫ ਗ੍ਰੈਵਿਟੀ ਨੂੰ ਫਾਈਂਡ ਕਰਨ ਦਾ। ਆਪਾਂ ਤੇ ਥਰੂ ਆਊਟ ਦਾ ਚੈਪਟਰ ਜਿਹੜਾ ਹੈਗਾ ਆਪਾਂ ਸੈਂਟਰ ਆਫ ਗ੍ਰੈਵਿਟੀ ਨੂੰ CG ਦੇ ਨਾਲ ਡਿਨੋਟ ਕਰਾਂਗੇ, ਠੀਕ ਹੈ। ਜਾਂ ਸੈਂਟਰ ਆਫ ਮਾਸ ਨੂੰ ਆਪਾਂ CM ਕਹਿ ਸਕਦੇ ਹੈਗੇ, ਰਾਈਟ। ਤਾਂ ਸਪੋਜ਼ ਕਰ ਲਓ ਆਪਣੇ ਵੇਟਸ ਨੇ, ਵੇਟ W1 W2 WN, ਇਹ N ਵੇਟਸ ਨੇ, N ਵੇਟਸ ਦਾ ਸਿਸਟਮ ਬਣਿਆ ਹੋਇਆ। ਇਹ ਵੇਟਸ ਜਿਹੜੇ ਨੇ X1 Y1 ਪੁਆਇੰਟ 'ਤੇ ਪਿਆ ਪਹਿਲਾ ਵੇਟ, W2 ਜਿਹੜਾ ਵੇਟ ਦੂਸਰਾ ਵੇਟ ਹੈਗਾ ਉਹ X2 Y2 ਪੁਆਇੰਟ 'ਤੇ ਪਿਆ ਹੋਇਆ, ਜਿਹੜਾ Nth ਵੇਟ ਹੈਗਾ ਉਹ XN YN 'ਤੇ ਪਿਆ ਹੋਇਆ। ਮੀਨਸ ਜਿੱਥੇ ਵੇਟ ਪਏ ਹੋਏ ਹੈ ਉਹ ਵੇਟਸ ਦੇ ਆਪਾਂ ਨੂੰ ਕੋਆਰਡੀਨੇਟਸ ਪਤਾ ਨੇ, ਮੀਨਸ ਇਹ ਵੇਟ ਕਿਸੇ ਪਲੇਨ 'ਚ ਪਏ ਹੋਣਗੇ, ਹੈ ਨਾ। ਤਾਂ ਤੁਸੀਂ ਇਹਨਾਂ ਦੇ ਜਿਹੜੇ ਸਾਰਿਆਂ ਦੇ ਵੇਟਸ ਦਾ ਸੈਂਟਰ ਆਫ ਗ੍ਰੈਵਿਟੀ ਨਿਕਾਲ ਸਕਦੇ ਹੋ। ਜੇ ਸੈਂਟਰ ਆਫ ਗ੍ਰੈਵਿਟੀ ਦੇ ਕੋਆਰਡੀਨੇਟਸ X ਬਾਰ ਅਤੇ Y ਬਾਰ ਮੰਨਾਂ ਤਾਂ ਇਹਨਾਂ ਦੋ ਫਾਰਮੂਲੇ ਦੇ ਨਾਲ ਆਪਾਂ ਨਿਕਾਲ ਸਕਦੇ ਹਾਂ, ਠੀਕ ਹੈ। ਯਾਨੀ ਕਿ X ਬਾਰ ਕੀ ਹੋਊਗਾ, ਸਮੇਸ਼ਨ XI WI, ਜਿੰਨੇ ਵੀ ਹੈਗੇ ਆ ਵੇਟ ਉਹਨਾਂ ਨੂੰ ਉਹਨਾਂ ਦਾ X ਕੋਆਰਡੀਨੇਟ ਨਾਲ ਮਲਟੀਪਲਾਈ ਕਰਕੇ ਜੋੜ ਦਿਓ, ਠੀਕ ਹੈ। ਅਤੇ ਥੱਲੇ ਜਿੰਨੇ ਵੀ ਵੇਟ ਨੇ ਸਭ ਨੂੰ ਜੋੜ ਦਿਓ ਅਤੇ ਰੇਸ਼ੋ ਨਿਕਾਲ ਲਓ, ਇਹ X ਕੋਆਰਡੀਨੇਟ ਆ ਜਾਊਗਾ। ਇਸੇ ਤਰ੍ਹਾਂ Y ਕੋਆਰਡੀਨੇਟ ਜਿਹੜਾ ਹੋਊਗਾ, ਜਿੰਨੇ ਵੀ ਵੇਟਸ ਨੇ ਉਹਨਾਂ ਦੇ Y ਕੋਆਰਡੀਨੇਟਸ ਨਾਲ ਮਲਟੀਪਲਾਈ ਕਰਕੇ ਉਹਨਾਂ ਨੂੰ ਜੋੜ ਦਿਓ
ਤੇ weights ਦੇ ਹਿਸਾਬ ਨਾਲ ਡਿਵਾਈਡ ਕਰ ਦਿਓ। ਇਹ ਇੱਕ ਤਰ੍ਹਾਂ ਦੀ ਐਵਰੇਜਿੰਗ ਹੀ ਲੱਗਦੀ ਹੈ ਕਿ ਬਸ weighted ਐਵਰੇਜ ਹੈ ਨਾ। ਤੇ ਇਹ ਬੜਾ ਸੌਖਾ ਤਰੀਕਾ ਹੈਗਾ weights ਦੀ ਸੈਂਟਰ ਆਫ ਗ੍ਰੈਵਿਟੀ ਫਾਈਂਡ ਕਰਨ ਦਾ। ਤਾਂ ਇਹ ਆਪਣਾ ਪਲੇਨਰ ਕੇਸ ਹੈਗਾ, ਤੁਸੀਂ ਇਸ ਨੂੰ 2 ਡਾਇਮੈਂਸ਼ਨਲ ਤੋਂ 3 ਡਾਇਮੈਂਸ਼ਨਲ ਵੀ ਐਕਸਟੈਂਡ ਕਰ ਸਕਦੇ ਹੋ, 2 ਡਾਇਮੈਂਸ਼ਨਲ ਤੋਂ 1 ਡਾਇਮੈਂਸ਼ਨਲ ਵੀ ਕਰ ਸਕਦੇ ਹੋ ਐਕਸਟੈਂਡ। ਆਹ ਵਾਲੀ ਚੀਜ਼ ਰਿਮੂਵ ਕਰ ਦਿਓ, ਫਿਰ ਇਹ 1 ਡਾਇਮੈਂਸ਼ਨਲ ਹੋ ਜਾਊਗਾ। ਠੀਕ ਹੈ, ਇੱਕ Z ਬਾਰ ਲਿਆ ਉਹ 3 ਡਾਇਮੈਂਸ਼ਨਲ ਹੋ ਜਾਏਗਾ। ਤਰੀਕਾ ਉਹੀ ਹੈ। ਤਾਂ ਇੱਥੇ ਇੱਕ ਪਹਿਲੇ ਕੁਐਸਚਨ ਤੋਂ ਆਪਾਂ ਸਟਾਰਟ ਕਰਦੇ ਹਾਂ। ਐਕਸਰਸਾਈਜ਼ 10A, a uniform rod of length 3.2 meter, weight 5 kilogram, has a particle of weight 4, 6, 10 and 2 kg attached to it at point 0.4, 0.8, 2.3 and 2.9 respectively. Means ਕੋਈ ਰੋਡ ਹੈ 5 ਕਿਲੋਗ੍ਰਾਮ ਭਾਰੀ ਹੈ, 3.2 ਮੀਟਰ ਲੰਬੀ ਹੈ, ਉਹਦੇ ਉੱਪਰ weight ਟਿਕਾਏ ਹੋਏ 4 weight ਟਿਕਾਏ ਹੋਏ ਆ ਅਲੱਗ ਅਲੱਗ ਜਗ੍ਹਾ 'ਤੇ। 4 ਕਿਲੋਗ੍ਰਾਮ ਦਾ, 6 ਕਿਲੋਗ੍ਰਾਮ ਦਾ, 10 ਕਿਲੋਗ੍ਰਾਮ ਦਾ, 2 ਕਿਲੋਗ੍ਰਾਮ ਦਾ। ਦੂਰੀ ਪਤਾ ਆਪਾਂ ਨੂੰ ਕਿਸੇ ਇੱਕ ਐਂਡ ਤੋਂ। ਪਹਿਲੇ ਵੇਟ ਦੀ ਦੂਰੀ 0.54 ਮੀਟਰ ਹੈ, ਦੂਸਰੇ ਵੇਟ ਦੀ 0.8 ਮੀਟਰ ਹੈ, ਤੀਸਰੇ ਵੇਟ ਦੀ 2.3 ਮੀਟਰ ਹੈ, ਚੌਥੇ ਵੇਟ ਦੀ 2.9 ਮੀਟਰ ਹੈ। ਸੈਂਟਰ ਆਫ ਗ੍ਰੈਵਿਟੀ ਪਤਾ ਕਰੋ। ਠੀਕ ਹੈ, ਇੱਥੇ ਆਪਣਾ ਡਬਲ ਤੇ ਚਾਰੋਂ ਵੇਟ ਦਾ ਪਤਾ ਹੀ ਆਪਾਂ ਨੂੰ, ਜਿਹੜੇ ਵੱਖਰੇ ਵੇਟ ਨੇ। W1 ਆਪਣਾ 4 ਕਿਲੋਗ੍ਰਾਮ ਹੋ ਗਿਆ, W2 6 ਕਿਲੋਗ੍ਰਾਮ ਮੰਨ ਲੈਂਦੇ ਹੈਗੇ ਆ, W3 ਆਪਣਾ 10 ਕਿਲੋਗ੍ਰਾਮ ਅਤੇ W4 ਜਿਹੜਾ ਹੈਗਾ ਆਪਾਂ 2 ਕਿਲੋਗ੍ਰਾਮ ਮੰਨ ਲੈਂਦੇ ਹੈਗੇ ਆ। ਠੀਕ ਹੈ, ਇਸ ਨੂੰ ਆਪਾਂ ਡੈਜ਼ਿਗਨੇਟ ਕਰਤਾ W4 ਦੇ ਨਾਲ। X1 ਡਿਸਟੈਂਸ ਪਹਿਲੇ ਵੇਟ ਦਾ ਇੱਕ। ਠੀਕ ਹੈ, ਪਹਿਲਾ ਇੱਕ ਸਾਈਡ ਜਿਹੜੀ ਹੈਗੀ ਰੋਡ ਦੀ ਤੁਸੀਂ ਉਹਨੂੰ 0 ਪੁਆਇੰਟ ਮੰਨ ਲਓ। ਤਾਂ ਪਹਿਲੇ ਵੇਟ ਦਾ ਡਿਸਟੈਂਸ ਜਿਹੜਾ ਹੈਗਾ ਉਹ 0.4 ਹੈ, ਦੂਸਰੇ ਦਾ ਡਿਸਟੈਂਸ 0.8 ਹੈ, ਤੀਸਰੇ ਦਾ 2.3 ਹੈ, ਚੌਥੇ ਦਾ ਜਿਹੜਾ ਹੈਗਾ ਉਹ 2.9 ਹੈਗਾ। ਠੀਕ ਹੈ, ਤਾਂ ਆਹ ਮੇਰੀ ਡਾਇਗਰਾਮ ਇਸ ਤਰ੍ਹਾਂ ਨਜ਼ਰ ਆ ਰਹੀ ਹੈਗੀ ਹੈ, ਇਸ ਤਰ੍ਹਾਂ। ਅਤੇ ਇਹਦੇ ਵਿੱਚ ਇੱਕ 5ਵਾਂ ਵੇਟ ਵੀ ਸ਼ਾਮਿਲ ਕਰਨਾ ਪਊਗਾ ਆਪਾਂ ਨੂੰ, ਜਿਹੜਾ ਰੋਡ ਦਾ ਖੁਦ ਦਾ ਵੇਟ ਹੈ, ਕਿਉਂਕਿ ਰੋਡ ਆਪਾਂ ਨੂੰ ਯੂਨੀਫਾਰਮ ਦੇ ਰੱਖੀ ਹੈ ਅਤੇ ਵੇਟ ਜਿਹੜਾ ਹੈਗਾ ਉਹ ਫਿਰ ਵਿਚਕਾਰੋਂ ਐਕਟ ਕਰੇਗਾ, ਸੈਂਟਰ 'ਚੋਂ ਐਕਟ ਕਰੇਗਾ 5 ਕਿਲੋਗ੍ਰਾਮ। ਠੀਕ ਹੈ, ਅਤੇ ਇਹਦੀ ਦੂਰੀ ਤੁਹਾਨੂੰ ਪਤਾ ਹੀ ਹੈ, ਜੇ ਰੋਡ 3.2 ਮੀਟਰ ਲੰਬੀ ਹੈਗੀ ਹੈ ਅਤੇ ਫਿਰ ਆਹ ਜਿਹੜਾ ਅੱਧ ਹੈਗਾ ਇਹ ਆਪਣਾ ਰੋਡ ਦੇ ਵੇਟ ਦਾ ਜਿਹੜਾ ਸੈਂਟਰ ਹੈਗਾ ਉਹ ਹੋਏਗਾ। ਠੀਕ ਹੈ, ਇਹ ਆਪਾਂ ਇਸਨੂੰ W5 ਲੈ ਲੈਂਦੇ ਹਾਂ, ਰੋਡ ਦਾ ਵੇਟ 5 ਕਿਲੋਗ੍ਰਾਮ, ਅਤੇ X5 ਦੇ ਦੂਰੀ ਜਿਹੜੀ ਹੈਗੀ ਉਹ 3.2 ਜੋ ਕਿ ਰੋਡ ਦੀ ਲੈਂਥ ਹੈ ਉਹਦਾ ਅੱਧ, ਯਾਨੀ ਕਿ 1.6। ਤਾਂ ਸਿੰਪਲ ਜਿਹਾ ਫਾਰਮੂਲਾ ਪਹਿਲਾਂ ਯੂਜ਼ ਕੀਤਾ। 4 ਕਿਲੋਗ੍ਰਾਮ ਨੂੰ ਉਹਦੇ ਡਿਸਟੈਂਸ ਨਾਲ ਗੁਣਾ ਕਰ ਦਿਓ, 6 ਕਿਲੋਗ੍ਰਾਮ ਨੂੰ ਉਹਦੇ ਡਿਸਟੈਂਸ 0.8 ਨਾਲ ਗੁਣਾ ਕਰ ਦਿਓ, 10 ਕਿਲੋਗ੍ਰਾਮ ਇਸੇ ਤਰ੍ਹਾਂ 2 ਕਿਲੋਗ੍ਰਾਮ ਅਤੇ 5 ਕਿਲੋਗ੍ਰਾਮ ਜੋ ਕਿ 1.6 ਹੈ। ਸਾਰੇ ਵੇਟ ਨੂੰ ਜੋੜ ਦਿਓ, ਆਪਣਾ ਆਨਸਰ ਆ ਜਾਏਗਾ। ਆਨਸਰ ਇਹ ਜੋੜ ਵਗੈਰਾ ਕਰਕੇ ਕੈਂਸਲੇਸ਼ਨ ਵਗੈਰਾ ਕਰਕੇ ਆਪਣਾ 1.6 ਮੀਟਰ ਆ ਜਾਊਗਾ। ਤਾਂ ਇਹ 1.6 ਮੀਟਰ ਆਪਣਾ ਰੋਡ ਦਾ ਵੈਸੇ ਸੈਂਟਰ ਹੀ ਬਣਦਾ ਪਿਆ। ਇਹ ਇਤਫਾਕਨ ਨਹੀਂ ਹੈ ਕਿ ਵੇਟ ਉਸ ਤਰ੍ਹਾਂ ਬੈਲੈਂਸ ਹੋਏ ਵੇ ਤਾਂ ਇਹ ਇਤਫਾਕਨ ਜਿਹੜਾ ਹੈਗਾ 1.6 ਹੀ ਬਣ ਗਿਆ। ਉਸ ਤੋਂ ਬਾਅਦ ਤੀਸਰਾ ਕੁਐਸਚਨ ਹੈਗਾ, ਇਹ ਰੋਡ ਆਫ ਯੂਨੀਫਾਰਮ ਥਿਕਨੈਸ ਹੈਜ਼ ਇਟਸ 2 ਹਾਫ ਕੰਪੋਜ਼ਡ ਆਫ ਡਿਫਰੈਂਟ ਮਟੀਰੀਅਲ। ਇੱਕ ਰੋਡ ਹੈ, ਦੋ ਹਿੱਸੇ ਨੇ ਉਹਦੇ, ਅਤੇ ਉਹ ਦੋਨੋਂ ਹਿੱਸੇ ਨਾ ਵੱਖਰੀ ਵੱਖਰੀ ਮੈਟਲ ਦੇ ਬਣੇ ਹੋਣਗੇ ਜਾਂ ਵੱਖਰੇ ਵੱਖਰੇ ਮਟੀਰੀਅਲ ਦੇ ਬਣੇ ਹੋਣਗੇ, ਅਤੇ ਮਤਲਬ ਉਹਨਾਂ ਦੀ ਡੈਂਸਿਟੀ ਵੱਖਰੀ ਵੱਖਰੀ ਹੈ। ਇਫ ਰੋਡ ਬੈਲੈਂਸ ਅਬਾਊਟ ਏ ਪੁਆਇੰਟ ਡਿਸਟੈਂਸ 1/3 ਆਫ ਇਟਸ ਹੋਲ ਲੈਂਥ ਫਰੋਮ ਵਨ ਐਂਡ ਕੰਪੇਅਰ ਦ ਡੈਂਸਿਟੀਜ਼। ਹੁਣ ਇਹ ਆਖਿਆ ਕਿ ਜਿਵੇਂ ਮਤਲਬ ਰੋਡ ਨਾ ਮਤਲਬ ਦੋ ਹਿੱਸੇ ਅਲੱਗ ਅਲੱਗ ਡੈਂਸਿਟੀ ਦੇ ਮੀਨ, ਇੱਕ ਥੋੜ੍ਹਾ ਭਾਰਾ ਹੋਊਗਾ, ਇੱਕ ਜਿਹੜਾ ਰੋਡ ਹੈ ਹਿੱਸਾ ਜਿਹੜਾ ਹੈਗਾ ਉਹ ਥੋੜ੍ਹਾ ਹਲਕਾ ਹੋਊਗਾ। ਮੰਨ ਲਓ ਆ ਇੱਕ ਹਿੱਸਾ ਆਹ ਵਾਲਾ ਅਤੇ ਇੱਕ CB ਹਿੱਸਾ, ਦੋਨੋਂ ਇੱਕ ਜਗ੍ਹਾ 'ਤੇ ਵੈਲਡ ਕੀਤੇ ਹੋਏ ਆ। ਠੀਕ ਹੈ, ਅਤੇ ਉਸਨੇ ਇਹ ਕਿਹਾ ਕਿ ਇਹਨੂੰ ਨਾ ਤੁਸੀਂ ਬੈਲੈਂਸ ਕਰ ਸਕਦੇ ਹੋ ਕਿਤੇ ਉਂਗਲ ਰੱਖ ਕੇ ਨਾ, ਮਤਲਬ ਇਹ ਕਿਸੇ ਪੁਆਇੰਟ ਦੇ ਉੱਪਰ। ਠੀਕ ਹੈ, ਮਤਲਬ ਸੈਂਟਰ ਆਫ ਗ੍ਰੈਵਿਟੀ ਆਪਾਂ ਨੂੰ ਪਤਾ ਹੈ ਕਿੱਥੇ ਬੈਲੈਂਸ ਹੁੰਦੀ ਹੈਗੀ ਆ ਰੋਡ। ਮਤਲਬ ਤੁਸੀਂ ਰੋਡ ਡਿੱਗੂਗੀ ਨਹੀਂ, ਕਹਿਣ ਤੋਂ ਭਾਵ ਨੋਰਮਲੀ ਜੇ ਰੋਡ ਯੂਨੀਫਾਰਮ ਹੋਵੇ ਤਾਂ ਉਹ ਵਿਚਕਾਰ ਵਾਲਾ ਪੁਆਇੰਟ ਬੈਲੈਂਸਿੰਗ ਪੁਆਇੰਟ ਹੁੰਦਾ ਹੈ ਨਾ। ਅਤੇ ਪਰ ਹੁਣ ਇਸ ਕੇਸ 'ਚ ਰੋਡ ਤਾਂ ਯੂਨੀਫਾਰਮ ਨਹੀਂ ਹੈਗੀਆਂ, ਰੋਡ ਯੂਨੀਫਾਰਮ ਨਹੀਂ ਹੈਗੀ, ਇਹਦਾ ਇੱਕ ਹਿੱਸਾ ਡੈਂਸਿਟੀ ਕੁਛ ਹੋਰ ਹੈ, ਦੂਸਰੇ ਹਿੱਸੇ ਡੈਂਸਿਟੀ ਕੁਛ ਹੋਰ ਹੈਗੀ ਹੈ। ਤਾਂ ਹੁਣ ਇਸ ਕੇਸ 'ਚ ਜਿਹੜਾ ਮਿਡਲ ਪੁਆਇੰਟ ਜਿਹੜਾ ਹੈਗਾ ਉਹ ਸੈਂਟਰ ਆਫ ਗ੍ਰੈਵਿਟੀ ਨਹੀਂ ਹੋਊਗਾ, ਮੀਨ ਉਸ ਪੁਆਇੰਟ 'ਤੇ ਜਿਹੜਾ ਹੈਗਾ ਆਪਾਂ ਰੋਡ ਨੂੰ ਬੈਲੈਂਸ ਨਹੀਂ ਕਰ ਪਾਵਾਂਗੇ। ਤਾਂ ਖੈਰ ਚਲੋ ਆਪਾਂ ਮੰਨ ਲੈਂਦੇ ਹਾਂ ਕਿ ਰੋਡ ਦੀ ਲੈਂਥ ਸਪੋਜ਼ ਕਰ ਲਓ, ਉਹ ਇਹ ਆਖਿਆ ਕਿ ਡੈਂਸਿਟੀਜ਼ ਨੂੰ ਕੰਪੇਅਰ ਕਰੋ, ਰੇਸ਼ੋ ਪਤਾ ਕਰੋ ਦੋਨਾਂ ਡੈਂਸਿਟੀਜ਼ ਦੀ। ਸਪੋਜ਼ ਕਰ ਲਓ ਜਿਹੜੀ 2A ਲੈਂਥ ਹੈ ਰੋਡ ਦੀ, ਠੀਕ ਹੈ, AB, ਅਤੇ C ਪੁਆਇੰਟ ਜਿਹੜਾ ਮਿਡ ਪੁਆਇੰਟ ਹੈ ਰੋਡ ਦਾ, ਵੈਸੇ ਹੀ ਆਪਾਂ ਲੈ ਲਿਆ ਕਿਤੇ ਨਾ ਕਿਤੇ ਮਿਡ ਪੁਆਇੰਟ ਤਾਂ ਹੋਊਗਾ। D1 ਜਿਹੜਾ ਹੈਗਾ, D1 ਅਤੇ D2 ਡੈਂਸਿਟੀਜ਼ ਹੈ, ਮੀਨਸ D1 AC ਪਾਰਟ ਦੀ ਡੈਂਸਿਟੀ ਹੈ ਅਤੇ D2 CB ਪਾਰਟ ਦੀ ਡੈਂਸਿਟੀ ਹੈ।
ਵੱਖਰੀਆਂ ਵੱਖਰੀਆਂ ਡੈਂਸਿਟੀਜ਼ ਨੇ, ਠੀਕ ਹੈ। ਤੇ therefore AD1 ਤੇ AD2 will act at G1 and G2। ਹੁਣ ਸਪੋਜ਼ ਕਰ ਲਓ ਹੁਣ ਇਹ AC ਇਸ AC ਦੀ ਡੈਂਸਿਟੀ ਤਾਂ ਆਪਾਂ ਨੂੰ ਪਤਾ ਹੀ ਹੈ, ਸੇਮ ਹੈ ਨਾ, ਤਾਂ ਇਸੇ ਆਦਤ ਐਕਟ ਕਰੇਗੀ, ਹੈ ਨਾ। G1 ਇੱਥੇ ਮਿਡ ਪੁਆਇੰਟ ਹੈ, ਇਹਦੇ ਲਿਖਣਾ G1 ਰਹਿ ਗਿਆ। ਇਸੇ ਤਰ੍ਹਾਂ AD2 ਜਿਹੜੀ ਹੈਗੀ ਹੈ ਇਹ ਆਪਣਾ ਇੱਥੇ, ਠੀਕ ਹੈ, ਉਹ ਇੱਥੇ ਵੇਟ ਐਕਟ ਕਰੇਗਾ। ਅਤੇ ਵੇਟ ਪਰ ਯੂਨਿਟ ਡੈਂਸਿਟੀ ਲਿਖਿਆ ਹੋਊਗਾ, ਤਾਂ ਕਰਕੇ ਇੱਥੇ ਵੇਟ AD1 ਬਣ ਗਿਆ ਇਹਦਾ, ਕਿਉਂਕਿ ਜੇ ਆਹ 2A ਹੈ ਅਤੇ ਫਿਰ ਆਹ ਲੈਂਥ A ਹੈ, ਜੇ ਡੈਂਸਿਟੀ ਆਪਾਂ ਨੂੰ ਪਰ ਯੂਨਿਟ ਲੈਂਥ ਦਿੱਤੀ ਹੋਈ ਹੈ ਤਾਂ ਫਿਰ AD1 ਕਿੰਨਾ ਬਣ ਜੂਗਾ, ਆਪਣਾ ਵੇਟ ਬਣ ਜੂਗਾ, ਠੀਕ ਹੈ। ਇਹ G1 ਇੱਥੇ ਬਿਲਕੁਲ AC ਦੇ ਸੈਂਟਰ 'ਚੋਂ ਐਕਟ ਕਰੂਗਾ। ਇਸੇ ਤਰ੍ਹਾਂ CB ਦਾ ਸੈਂਟਰ ਤੋਂ ਐਕਟ ਕਰੇਗਾ AD2, ਰਾਈਟ। ਤਾਂ ਇਹ ਦੋਨੋਂ ਰੋਡ ਦੇ ਜਿਹੜੇ ਵੇਟ ਫਿਰ W1 ਪਹਿਲੀ ਰੋਡ ਦਾ ਅਤੇ W2 ਦੂਜੀ ਰੋਡ ਦਾ, ਜਿਹੜੀਆਂ ਦੋਨੋਂ C ਪੁਆਇੰਟ 'ਤੇ ਜੁਆਇਨ ਕੀਤੀਆਂ ਹੋਈਆਂ, ਇਹ ਦੋਨਾਂ ਦੇ ਵੇਟ ਹੋ ਗਏ, ਠੀਕ ਹੈ। ਹੁਣ ਜਿਹੜੀ ਮੇਨ ਗੱਲ ਹੈਗੀ ਹੈ, X1 ਕਿੰਨਾ ਹੈਗਾ, AG1, ਠੀਕ ਹੈ, A/2 ਆ ਗਿਆ। X2 ਕਿੰਨਾ ਹੈਗਾ, ਇਹ ਹੋਊਗਾ AC + CG। AC ਆਪਣਾ A ਹੀ ਹੈ ਕਿਉਂਕਿ ਰੋਡ ਦਾ ਅੱਧ ਹੈਗਾ, ਅਤੇ CG ਕਿੰਨਾ ਹੈਗਾ, A/2, ਇਹ 3A/2 ਬਣ ਗਿਆ X2, ਠੀਕ ਹੈ। ਮਤਲਬ AD2 ਦਾ ਜਿਹੜਾ AD2 ਜਿਹੜਾ ਵੇਟ ਹੈ ਨਾ। ਅਤੇ ਇੱਥੇ X ਬਾਰ ਕੀ ਹੈਗਾ, 1/3 AB ਹੈ, ਇਹ ਦੇ ਰੱਖਿਆ ਉਹਨੇ, ਆਖਿਆ ਸੀ ਕਿ 1/3ਵਾਂ ਹਿੱਸਾ ਪੂਰੀ ਰੋਡ ਦਾ, ਉੱਥੇ ਬੈਲੈਂਸ ਹੁੰਦੀ ਹੈ ਰੋਡ, ਹੈ ਨਾ। ਅਤੇ ਤਾਂ 1/3 AB ਆ ਗਿਆ ਇੱਥੇ। ਅਤੇ AB ਆਪਾਂ ਨੂੰ ਪਤਾ ਇਹ ਆਪਣਾ ਇਹ ਆਪਣੀ 2A ਦੇ ਬਰਾਬਰ ਹੈ, ਤਾਂ ਫਿਰ ਇਹ 2A/3 ਆ ਗਿਆ, ਯਾਨੀ ਕਿ ਜਿਹੜੀ ਸੈਂਟਰ ਆਫ ਗ੍ਰੈਵਿਟੀ ਹੈਗੀ ਆ 2A/3 ਦੇ ਉੱਪਰ ਹੈ। ਸੈਂਟਰ ਆਫ ਗ੍ਰੈਵਿਟੀ ਦਾ ਫਾਰਮੂਲਾ ਯੂਜ਼ ਕਰ ਲਓ, ਹੈ ਨਾ। ਉਹ ਸੈਂਟਰ ਆਫ ਗ੍ਰੈਵਿਟੀ AD1 ਕਿੰਨਾ ਹੈਗਾ, A/2 ਡਿਸਟੈਂਸ 'ਤੇ ਹੈ, ਅਤੇ AD2 ਕਿੰਨਾ ਡਿਸਟੈਂਸ 'ਤੇ ਹੈ, 3A/2 'ਤੇ। ਇਹਨੂੰ ਸਿੰਪਲੀਫਾਈ ਵਗੈਰਾ ਕਰਕੇ ਆਪਾਂ ਫਾਈਨਲੀ D1 ਅਤੇ D2 ਦੀ ਰੇਸ਼ੋ ਨਿਕਾਲ ਲਾਂਗੇ। ਅਤੇ D1 ਕਿੰਨਾ ਆ ਗਿਆ, 5, D2 ਆ ਗਿਆ, ਅਤੇ D1/D2 ਕਿੰਨਾ ਆ ਗਿਆ, 5/1। ਹੁਣ ਤੋਂ ਇਹ ਸੁਜੈਸਟ ਹੁੰਦਾ ਪਿਆ ਕਿ ਜਿਹੜਾ ਪਹਿਲਾ ਹਿੱਸਾ ਹੈਗਾ ਰੋਡ ਦਾ ਉਹ ਕਾਫੀ ਹੈਵੀ ਹੈ ਨਾ, ਕਿ ਉਹਦੇ ਕੋਲ 5 ਪਾਰਟ ਨੇ ਇੱਧਰਲੇ ਪਾਸੇ ਡੈਂਸਿਟੀ ਦੇ, ਅਤੇ D2 ਵਾਲੇ ਪਾਸੇ ਸਿਰਫ ਇੱਕ ਹਿੱਸਾ ਹੀ ਹੈ, ਯਾਨੀ ਕਿ ਜਿਹੜਾ AC ਵਾਲੀ ਪਾਰਟ ਆ ਰੋਡ ਦਾ ਇਹ 5 ਗੁਣਾ ਜ਼ਿਆਦਾ ਹੈਵੀ ਹੈ ਦੂਸਰੇ ਵਾਲੇ ਪਾਸੇ ਨਾਲੋਂ। ਤਾਂ ਬੜਾ ਸੌਖਾ ਤਰੀਕਾ ਹੈਗਾ, ਪਰ ਜਿਹੜਾ ਆਈਡੀਆ ਲਗਾਉਣਾ ਹੈਗਾ ਕਿ ਸੈਂਟਰ ਆਫ ਗ੍ਰੈਵਿਟੀ ਵਾਲਾ ਉਹ 1/3 AB ਹੈ, ਉਹ ਥੋੜ੍ਹਾ ਜਿਹਾ ਟ੍ਰਿਕ ਹੋ ਸਕਦੀ ਹੈਗੀ ਹੈ। ਪਾਰਟੀਕਲ ਆਫ weight 3, 4, 5, 6 ਕਿਲੋਗ੍ਰਾਮ ਆਰ ਪਲੇਸਡ ਐਟ ਏ ਕਾਰਨਰ ABC ਰਿਸਪੈਕਟਿਵਲੀ ਆਫ ਰੈਕਟੈਂਗਲ। ਮੀਨ ਕੁਛ ਪਾਰਟੀਕਲ ਨੇ ਰੈਕਟੈਂਗਲ ABCD ਦੇ ਕਾਰਨਰਸ ਦੇ ਉੱਪਰ ਰੱਖੇ ਹੋਏ ਆ, ਅਤੇ ਰੈਕਟੈਂਗਲ ਦੀ ਇੱਕ ਸਾਈਡ AB ਆਪਾਂ ਨੂੰ 0.6 ਮੀਟਰ ਦੇ ਰੱਖੀ ਹੈ, ਦੂਸਰੀ ਸਾਈਡ ਆਪਾਂ ਨੂੰ 1.2 ਮੀਟਰ ਦੇ ਰੱਖੀ ਹੈਗੀ ਹੈ। ਫਾਈਂਡ ਪਰਪੈਂਡੀਕੂਲਰ ਡਿਸਟੈਂਸਿਸ ਆਫ CG ਫਰੋਮ AB and BC। ਤਾਂ ਬਹੁਤ ਸਿੱਧਾ ਇਹ ਗੱਲ ਹੈ, CG ਨਿਕਾਲਣੀ ਹੈ ਕਹਿਣ ਤੋਂ ਭਾਵ ਆਪਾਂ, ਅਤੇ ਆਪਾਂ ਇੱਥੇ ਰੈਕਟੈਂਗਲ ਬਣਾ ਲਈ ਆਪਣੀ, ਠੀਕ ਹੈ। ਇੱਥੇ BC ਦੇ ਉੱਪਰ B ਦੇ ਉੱਪਰ 4 ਕਿਲੋਗ੍ਰਾਮ ਵੇਟ, B ਨੂੰ ਆਪਾਂ ਓਰੀਜਨ ਮੰਨ ਲੈਂਦੇ, ਇੱਥੇ BC ਆਪਣਾ X ਐਕਸਿਸ ਮੰਨ ਲੈਂਦੇ, ਅਤੇ BA ਆਪਾਂ Y ਐਕਸਿਸ ਮੰਨ ਲੈਂਦੇ। ਤਾਂ B ਦੇ ਉੱਪਰ 4 ਕਿਲੋਗ੍ਰਾਮ ਵੇਟ ਪਿਆ ਹੋਇਆ, ਕੋਆਰਡੀਨੇਟਸ ਕੀ ਮੰਨਦੇ ਹੈਗੇ, 0, 0। C ਦੇ ਉੱਪਰ ਆਪਣਾ 5 ਕਿਲੋਗ੍ਰਾਮ ਵੇਟ ਪਿਆ, ਕੋਆਰਡੀਨੇਟਸ ਹੈਗੇ 1.2 ਅਤੇ 0। C ਅਤੇ D ਦੇ ਉੱਪਰ ਆਪਣਾ ਜਿਹੜਾ ਵੇਟ ਪਿਆ ਹੋਇਆ ਉਹ 1.2 ਹੈ ਅਤੇ 6 ਕੋਆਰਡੀਨੇਟਸ ਇਹਦੇ। ਅਤੇ A ਦੇ ਉੱਪਰ ਜਿਹੜਾ ਵੇਟ ਪਿਆ ਹੋਇਆ 3 ਕਿਲੋਗ੍ਰਾਮ ਦਾ ਹੈਗਾ, ਕੋਆਰਡੀਨੇਟਸ ਕੀ ਨੇ 0.6। ਤਾਂ ਕੁਝ ਨਹੀਂ ਹੈਗਾ, ਬਸ ਸਿੰਪਲ ਹੁਣ ਕੋਆਰਡੀਨੇਟਸ ਨੂੰ ਵੇਟ ਨਾਲ ਮਲਟੀਪਲਾਈ ਕਰਕੇ ਆਪਾਂ ਸੈਂਟਰ ਆਫ ਗ੍ਰੈਵਿਟੀ ਨਿਕਾਲਣੀ, ਹੋਰ ਕੁਛ ਨਹੀਂ ਹੈਗਾ, ਠੀਕ ਹੈ। ਅਗਲੇ ਪੇਜ 'ਤੇ ਆਪਾਂ ਸੈਂਟਰ ਆਫ ਗ੍ਰੈਵਿਟੀ ਨਿਕਾਲ ਲੈਂਦੇ ਹਾਂ। ਸਿੰਪਲ ਕਰਨਾ ਕੰਮ ਕੀ ਹੈ, ਸਪੋਜ਼ ਕਰ ਲਓ X ਬਾਰ Y ਬਾਰ ਆਪਣੀ ਸੈਂਟਰ ਆਫ ਗ੍ਰੈਵਿਟੀ ਹੈ, ਅਤੇ ਫਿਰ X ਬਾਰ ਕਿੰਨਾ ਆਊਗਾ, 4 ਨੂੰ X ਕੋਆਰਡੀਨੇਟ 0 ਹੈ, ਜਿੱਥੇ 4 ਕਿਲੋਗ੍ਰਾਮ ਓਰੀਜਨ 'ਤੇ ਪਿਆ ਨਾ ਉੱਥੇ X 0 ਹੈ। ਫਿਰ 5 ਕਿਲੋਗ੍ਰਾਮ ਉੱਥੇ X ਕੋਆਰਡੀਨੇਟ 1.2 ਹੈ, 6 ਕਿਲੋਗ੍ਰਾਮ ਉੱਥੇ X ਕੋਆਰਡੀਨੇਟ Y 1.2 ਹੈ। ਇਸੇ ਤਰ੍ਹਾਂ 3 ਕਿਲੋਗ੍ਰਾਮ ਨੂੰ 0 ਨਾਲ ਗੁਣਾ ਕਰਾਂਗੇ ਕਿਉਂਕਿ X 0 ਹੈ, ਇਹ 11/5 ਆ ਜਾਏਗਾ। ਇਸੇ ਤਰ੍ਹਾਂ ਹੀ Y ਆਪਣਾ 3/10 ਆ ਜਾਏਗਾ। ਇਹੀ ਆਪਣੇ ਪਰਪੈਂਡੀਕੂਲਰ ਡਿਸਟੈਂਸਿਸ ਨੇ, ਯਾਨੀ 11/15 ਮੀਟਰ ਆਪਣਾ AB ਤੋਂ ਬਣ ਜਾਏਗਾ, ਅਤੇ 3/10 ਜਿਹੜਾ ਹੈਗਾ BC ਤੋਂ ਬਣ ਜਾਏਗਾ, ਰਾਈਟ। 7 ਨੰਬਰ ਕੁਐਸਚਨ ਹੈਗਾ, ਯੂਨੀਫਾਰਮ ਵਾਇਰ ਇਜ਼ ਬੈਂਟ ਇਨਟੂ ਸ਼ੇਪ ਆਫ ਏ triangle with sides of length 10, 24 and 26। ਤਾਂ ਕੋਈ ਵਾਇਰ ਹੈ ਉਹਨੂੰ ਟ੍ਰਾਇੰਗਲ ਦੀ ਸ਼ੇਪ 'ਚ ਢਾਲ ਲਿਆ ਆਪਾਂ, ਠੀਕ ਹੈ। ਸਾਈਡਾਂ ਆਪਾਂ ਨੂੰ ਦੇ ਰੱਖੀਆਂ ਨੇ 10, 24 ਅਤੇ 26। ਅਤੇ ਫਾਈਨ ਡਿਸਟੈਂਸ ਆਫ CG ਫਰੋਮ ਦਾ ਸ਼ਾਰਟੈਸਟ ਸਾਈਡ। ਸਭ ਤੋਂ ਜਿਹੜੀ ਛੋਟੀ ਸਾਈਡ ਮੀਨ 10 ਮੀਟਰ ਵਾਲੀ ਸਾਈਡ, ਸੈਂਟੀਮੀਟਰ ਵਾਲੀ ਸਾਈਡ ਤੋਂ ਆਪਾਂ ਜਿਹੜਾ ਹੈਗਾ ਸੈਂਟਰ ਆਫ ਗ੍ਰੈਵਿਟੀ ਨਿਕਾਲਣੀ ਹੈਗੀ ਹੈ, ਠੀਕ ਹੈ।
ਇੱਥੇ 10 ਦਾ ਸਕੇਅਰ ਤੇ 24 ਦਾ ਸਕੇਅਰ ਨਾ 26 ਦਾ ਸਕੇਅਰ ਬਣਦਾ ਪਿਆ ਤੇ ਆਪਾਂ ਜਿਹੜੀ ਰੈਕਟੈਂਗਲ ਦਾ ਮਤਲਬ ਰਾਈਟ ਐਂਗਲ ਟ੍ਰਾਇੰਗਲ ਹੈ ਕਲੀਅਰ ਹੋ ਜਾਂਦਾ ਹੈਗਾ। ਤਾਂ ਇੱਕ ਸਾਈਡ ਆਪਾਂ ਇੱਥੇ ਆਹ ਲੈ ਲੈਣੇ 10 ਵਾਲੀ, ਠੀਕ ਹੈ, ਇੱਧਰ 24 ਵਾਲੀ ਸਾਈਡ ਲੈਣੀ, ਇੱਧਰ 26 ਵਾਲੀ ਲੈ ਲੈਣੇ ਹੈਗੇ। ਆਹ ਹੁਣ ਸ਼ਾਰਟਰ ਸਾਈਡ ਹੈਗੀ ਹੈ, ਇੱਧਰਲੇ ਪਾਸੋਂ ਹੀ ਆਪਾਂ ਪਰਪੈਂਡੀਕੂਲਰ ਡਿਸਟੈਂਸ ਪਤਾ ਕਰਨਾ, ਮੀਨ ਐਕਸ ਡਿਸਟੈਂਸ ਪਤਾ ਕਰਨਾ ਹੋਊਗਾ, ਠੀਕ ਹੈ। ਅਤੇ ਸਾਫ਼ ਜੀ ਗੱਲ ਆ, ਬਸ ਇਹਦਾ ਵੇਟ ਜਿੰਨਾ ਹੋਏਗਾ ਇੱਥੇ ਵੇਟ ਨਾ ਆਪਾਂ ਨੂੰ ਮੰਨਣਾ ਪਊ ਕਿਉਂਕਿ ਆਪਾਂ ਨੂੰ ਵੇਟ ਦੇ ਨਹੀਂ ਰੱਖਿਆ ਹੈਗਾ, ਜਿਹੜਾ ਵਾਇਰ ਦਾ ਵੇਟ ਦੇ ਨਹੀਂ ਰੱਖਿਆ। ਆਪਾਂ ਮੰਨ ਲੈਂਦੇ ਕਿ ਡਬਲਯੂ ਜਿਹੜਾ ਹੈਗਾ ਵਾਇਰ ਦਾ ਵੇਟ ਹੈ ਪਰ ਯੂਨਿਟ ਲੈਂਥ, ਠੀਕ ਹੈ। ਇਹਦਾ ਮਤਲਬ ਜੇ ਇਹਦੀ 24 ਸੈਂਟੀਮੀਟਰ ਲੈਂਥ ਆ ਇਹਦਾ 24 ਡਬਲਯੂ ਵੇਟ ਬਣ ਜਾਊਗਾ। ਜੇ ਇਸ ਦੀ ਲੈਂਥ 26 ਸੈਂਟੀਮੀਟਰ ਇਹਦਾ ਵੇਟ ਬਣ ਜਾਊਗਾ 26 ਡਬਲਯੂ ਬਣ ਜਾਏਗਾ। ਇਸੇ ਤਰ੍ਹਾਂ ਇਹਦਾ 10 ਡਬਲਯੂ ਬਣ ਜਾਏਗਾ। ਤਾਂ ਇਸ ਤਰੀਕੇ ਨਾਲ ਆਪਾਂ ਵੇਟ ਨੂੰ ਇੰਟਰੋਡਿਊਸ ਕਰ ਸਕਦੇ ਹਾਂ ਬਾਏ ਪਰ ਯੂਨਿਟ ਲੈਂਥ, ਠੀਕ ਹੈ। ਐਕਸ ਬਾਰ ਹੀ ਨਿਕਾਲਣਾ, ਵਾਈ ਬਾਰ ਦੀ ਆਪਾਂ ਨੂੰ ਲੋੜ ਹੀ ਨਹੀਂ ਹੈਗੀ। ਐਕਸ ਬਾਰ ਕੀ ਹੈ, ਉਹੀ 24 ਡਬਲਯੂ 12 ਡਿਸਟੈਂਸ ਹੈਗਾ ਆਹ ਵਾਲਾ ਦੇਖੋ, ਫਿਰ ਅੱਧ 'ਤੇ ਪਿਆ ਨਾ ਇਹ, ਅਤੇ ਇਸੇ ਤਰ੍ਹਾਂ 26 ਡਬਲਯੂ 12 ਆ ਗਿਆ ਅਤੇ 10 ਡਬਲਯੂ 0 ਨਾਲ ਹੋ ਜਾਏਗਾ ਅਤੇ ਇਹ ਆਪਣਾ ਕਰਕੇ ਲਾ ਕੇ 10 ਆ ਜਾਏਗਾ, ਡਬਲਯੂ ਕੱਟਿਆ ਜਾਊਗਾ। ਇਹ ਦੂਰੀ ਹੈ ਆਪਣੀ, ਠੀਕ ਹੈ। ਕੁਐਸਚਨ ਸੌਖੇ ਹੀ ਨੇ ਇਹਨਾਂ ਦੇ, ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈਗੇ ਸੈਂਟਰ ਆਫ ਗ੍ਰੈਵਿਟੀ ਦੇ, ਬਹੁਤ ਆਸਾਨ ਨੇ, ਪਰ ਇਹ ਕਾਫੀ ਪ੍ਰੈਕਟੀਕਲ ਟੌਪਿਕ ਹੈਗਾ। ਬਾਕੀ ਹੋਰ ਸਬਜੈਕਟਸ ਦੇ ਵਿੱਚ ਵੀ ਇਹਦਾ ਯੂਜ਼ ਹੁੰਦਾ ਹੈਗਾ।